ਸੂਬੇਦਾਰ ਸ਼ਿਵ ਸਿੰਘ ਦੀ ਕਿਤਾਬ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ। ਤੀਜਾ ਅਧਿਆਇ ਭਾਗ 3 ਖੇਤੀ ਸੱਭਿਆਚਾਰ ਆਪ ਭਾਸ਼ੀ। ਖੂਹ ਹਲਟ ਸੱਭਿਆਚਾਰ ਕਿਵੇਂ ਬਦਲਦਾ ਰਿਹਾ ਅਤੇ ਖਤਮ ਹੋਇਆ। ਜਦੋਂ ਪੱਕੇ ਖੂਹਾਂ ਵਿੱਚੋਂ ਬੋਕਿਆਂ ਨਾਲ ਪਾਣੀ ਬਾਹਰ ਕੱਢਣ ਦਾ ਸੱਭਿਆਚਾਰ ਖਤਮ ਹੋਇਆ ਤਦ ਖੂਹਾਂ ਦਾ ਰੂਪ ਬਦਲ ਕੇ ਬਿੜ ਲੱਗ ਜਾਣ ਕਰਕੇ ਹਲਟ ਬਣ ਗਿਆ ਸੀ। ਉਸ ਤੋਂ ਮਗਰੋਂ ਹਲਟ ਸੱਭਿਆਚਾਰ ਵਿੱਚ ਵੀ ਤਬਦੀਲੀਆਂ ਹੁੰਦੀਆਂ ਗਈਆਂ ਸਨ। ਉਸ ਦਾ ਕਾਰਨ ਤਰੱਕੀ ਹੀ ਸੀ। ਜਿਵੇਂ ਪਹਿਲੋਂ ਖੂਹ ਦੇ ਬਿੜ ਲੱਕੜੀ ਦੇ ਅਤੇ ਟਿੰਡਾਂ ਚੀਕਣੀ ਮਿੱਟੀ ਤੋਂ ਬਣ ਕੇ ਪੱਕੀਆਂ ਹੋਈਆਂ ਸਨ, ਉਸ ਤੋਂ ਮਗਰੋਂ ਪੂਰਾ ਬਿੜ ਅਤੇ ਟਿੰਡਾਂ ਵੀ ਲੋਹੇ ਦੇ ਬਣ ਗਏ ਸਨ। ਸਿਰਫ ਝੱਲਣ, ਕਾਂਜਨ ਅਤੇ ਘੋੜੀਆਂ ਹੀ ਲੱਕੜੀ ਦੇ ਰਹਿ ਗਏ ਸਨ। ਸਮੇਂ ਨੇ ਫਿਰ ਤਰੱਕੀ ਕੀਤੀ ਤਾਂ ਝੱਲਣ ਸੀਮੈਂਟ, ਰੇਤ, ਲੋਹੇ ਅਤੇ ਬਜਰੀ ਦੇ ਬਣਨ ਲੱਗ ਪਏ ਸਨ ਅਤੇ ਕਾਂਜਨ ਨੂੰ ਦੋਨੋਂ ਚੰਨਿਆਂ ਤੋਂ ਉਤਾਰ ਕੇ ਚੱਕਲੇ ਨੂੰ ਘੁਮਾਉਣ ਦਾ ਵੀ ਸੌਖਾ ਅਤੇ ਆਖਰੀ ਤਰੀਕਾ ਨਿਕਲ ਆਇਆ ਸੀ। ਤਦ ਕੀ ਹੋਇਆ? ਖੂਹ ਹਲਟ ਸੱਭਿਆਚਾਰ ਹੀ ਬਦਲ ਗਿਆ, ਕਿਉਂਕਿ ਬਿਜਲੀ ਦੇ ਪਾਵਰ ਕਨੈਕਸ਼ਨ ਵੱਡੀ ਗਿਣਤੀ ਵਿੱਚ ਮਿਲ ਜਾਣ ਕਰਕੇ ਬੋਰਾਂ ਨੇ ਧਰਤੀ ਵਿੱਚੋਂ ਬਹੁਤ ਪਾਣੀ ਖਿੱਚ ਕੇ ਪਾਣੀ ਬਹੁਤ ਡੂੰਘਾ ਕਰ ਦਿੱਤਾ ਸੀ। ਖੂਹ ਸੁਕਾ ਦਿੱਤੇ ਸਨ, ਜਿਸ ਕਰਕੇ ਖੂਹ ਹਲਟ ਸੱਭਿਆਚਾਰ ਦਾ ਵੀ ਭੋਗ ਪੈ ਗਿਆ। ਹੁਣ ਫਸਲਾਂ ਨੂੰ ਪਾਣੀ ਦੇਣ ਆਪ ਭਾਸ਼ੀ ਉੱਤੇ ਬਿਜਲੀ ਦੀ ਪਾਵਰ ਨਾਲ ਚੱਲਣ ਵਾਲੀਆਂ ਮੋਟਰਾਂ ਨੇ ਕਬਜ਼ਾ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਹੈ, ਉਹ ਖੂਹਾ ਹੁਣ ਤੂੰ ਹੋ ਗਿਆ ਬੁੱਢਾ ਠੇਰਾ, ਤੂੰ ਸੇਵਾ ਕਰਕੇ ਥੱਕ ਗਿਆ ਬਥੇਰਾ, ਕਰ ਆਰਾਮ ਚੁੱਕ ਡੰਡਾ ਤੇ ਮਲ ਡੇਰਾ, ਹੁਣ ਤੇਰਾ ਛਤੜੇ ਹੇਠਾਂ ਪੱਕਾ ਬਸੇਰਾ, ਉੱਥੇ ਖੰਘਦਾ ਰਹੀ ਸਾਫ਼ ਰਹੂਗਾ ਵਿਹੜਾ, ਰੋਟੀ ਖਾਣ ਵਾਸਤੇ ਆਵੀਂ ਮਾਰੀ ਗੇੜਾ, ਹੁਣ ਹੁਕਮ ਤੇ ਦਬਕਾ ਨਹੀਂ ਚੱਲਣਾ ਬਾਪੂ ਤੇਰਾ, ਕਿਉਂਕਿ ਸਾਰੇ ਖੇਤੀ ਸੱਭਿਆਚਾਰ ਉੱਤੇ ਕਬਜ਼ਾ ਮੇਰਾ। ਖੂਹਾਂ ਨੂੰ ਪੂਰਨਾ ਪਿਆ ਸੀ। ਜਦੋਂ ਕੋਈ ਮਨੁੱਖ ਜਾਂ ਵਸਤੂ ਕਿਸੇ ਕੰਮ ਦੇ ਨਾ ਰਹਿਣ ਤਦ ਉਸ ਦੀ ਲੋੜ ਨਾ ਰਹਿਣ ਕਰਕੇ ਉਸ ਦਾ ਤਪ, ਤੇਜ ਅਤੇ ਲੋੜ ਵੀ ਆਪਣੇ ਹੀ ਪਰਿਵਾਰ ਵਿੱਚ ਘਟ ਜਾਂਦੀ ਹੈ। ਵੈਸੇ ਖੂਹਾਂ ਨੇ ਤਾਂ ਮਨੁੱਖਤਾ ਦਾ ਭੋਜਨ ਬਣਨ ਵਾਲੀਆਂ ਫਸਲਾਂ ਨੂੰ ਪਾਣੀ ਦੇਣ ਦੀ ਬਹੁਤ ਲੰਮੇ ਸਮੇਂ ਤੱਕ ਸੇਵਾ ਕੀਤੀ ਹੈ, ਪਰ ਕੁਦਰਤ ਦੇ ਨਿਯਮ ਵਿੱਚ ਹਰ ਹਾਲਤ ਵਿੱਚ ਬਦਲਾਅ ਹੁੰਦਾ ਰਹਿਣਾ ਜ਼ਰੂਰੀ ਹੈ। ਇਸ ਕਰਕੇ ਧਰਤੀ ਹੇਠਲੇ ਪਾਣੀ ਦੇ ਚੋਹਟ ਲੈਵਲ ਦਾ ਹੋਰ ਬਹੁਤ ਨੀਵਾਂ ਹੁੰਦਾ ਰਹਿਣ ਕਾਰਨ ਖੂਹਾਂ ਨੇ ਤਾਂ ਸੁੱਕਣਾ ਹੀ ਸੀ। ਭਾਵ ਖੂਹਾਂ ਨੇ ਹੁਣ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਾਡਾ ਸੱਭਿਆਚਾਰ ਲੰਬਾ ਸਮਾਂ ਸੇਵਾ ਨਿਭਾਉਂਦਾ ਰਿਹਾ ਹੋਣ ਕਾਰਨ ਇਸ ਵੇਲੇ ਸਮਾਂ ਬਹੁਤ ਨਵਾਂ ਅਤੇ ਅੱਗੇ ਨਿਕਲ ਚੁੱਕਿਆ ਹੋਣ ਕਰਕੇ ਸੱਭਿਆਚਾਰ ਉਹੀ ਅਤੇ ਪੁਰਾਣਾ ਹੀ ਚੱਲ ਰਿਹਾ। ਇਸ ਲਈ ਇਸ ਨੂੰ ਬਦਲਣਾ ਅਤੇ ਇਸ ਦੇ ਹਾਣ ਦਾ ਲਿਆਉਣਾ ਜ਼ਰੂਰੀ ਹੈ। ਖੂਹਾਂ ਦੀ ਕਿਸਮਤ ਬਾਰੇ ਅਸੀਂ ਸਥਿਤੀ ਦੇ ਆ ਜਾਣ ਕਰਕੇ ਉਸ ਦੀ ਸਿਹਤ ਖਰਾਬ ਹੋ ਗਈ, ਉਹ ਬੁੱਢਾ ਹੋਣ ਕਰਕੇ ਖੰਘਣ ਲੱਗ ਪਿਆ ਅਤੇ ਮੁਖਤਿਆਰੀ ਵੀ ਖੁੱਸ ਗਈ ਅਤੇ ਉਹ ਬੇਗੈਰਤਾ ਹੋ ਗਿਆ, ਜਿਸ ਨਾਲ ਉਸ ਨੂੰ ਖੁੱਡੇ ਲੱਗ ਕੇ ਡਿਊੜੀ ਵਿੱਚ ਬਿਠਾ ਕੇ ਦਿਨ ਕੱਟਣੇ ਪਏ ਹਨ ਅਤੇ ਆਖਰ ਉਸ ਨੂੰ ਮਿੱਟੀ ਨਾਲ ਭਰ ਕੇ ਨਾਮ ਨਿਸ਼ਾਨ ਵੀ ਮਿਟਾ ਦਿੱਤਾ ਗਿਆ। ਹੁਣ ਸਿਰਫ ਕੁਝ ਉਦਮੀਆਂ ਨੇ ਉਸ ਦੀ ਸ਼ਾਨ ਨਵੀਆਂ ਪੀੜ੍ਹੀਆਂ ਨੂੰ ਸਿਰਫ ਦਿਖਾਉਣ ਵਾਸਤੇ ਸਬੂਤ ਵਜੋਂ ਕੁਝ ਖੂਹਾਂ ਨੂੰ ਹੂ-ਬਹੂ ਸੰਭਾਲਣ ਦੀ ਕੋਸ਼ਿਸ਼ ਹੀ ਕੀਤੀ ਹੋਈ ਹੈ, ਜਿਸ ਬਾਰੇ ਤੁਸੀਂ ਸੁਣਿਆ ਹੀ ਹੈ। ਖੂਹ ਸੱਭਿਆਚਾਰ ਖਤਮ ਹੋਣ ਤੱਕ ਭਾਵੇਂ ਉਹਨਾਂ ਦੀ ਥਾਂ ਪਹਿਲੋਂ ਪੀਟਰ ਡੀਜ਼ਲ ਇੰਜਰਾਂ ਨੇ ਅਤੇ ਮਗਰੋਂ ਮੋਨੋਬਲਾਕ ਅਤੇ ਹੁਣ ਸਮਰਸੀਬਲ ਮੋਟਰਾਂ ਨੇ ਸੰਭਾਲੀ ਹੋਈ ਹੈ, ਫਿਰ ਵੀ ਅਤੇ ਮਗਰੋਂ ਹੁਣ ਵੀ ਕਿਸਾਨੀ ਕੰਮ ਕਰਨ ਵਾਲਿਆਂ ਅੱਡਿਆਂ ਦਾ ਨਾਂ ਖੂਹ ਹੀ ਚੱਲਿਆ ਆ ਰਿਹਾ ਹੈ, ਜੋ ਨਹੀਂ ਬਦਲ ਸਕਿਆ। ਬਚਪਨ ਵੇਲੇ ਖੂਹ ਵਿੱਚ ਵੜ ਕੇ ਮੈਂ ਚੋਬਿਆਂ ਨਾਲ ਵੀ ਕੰਮ ਕੀਤਾ ਸੀ। ਇੱਕ ਤਜਰਬਾ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੈਂ 12 ਕੁ ਸਾਲ ਦਾ ਹੋਵਾਂਗਾ ਤਾਂ 1946-47 ਈਸਵੀ ਵੇਲੇ ਸਾਡੇ 3 ਤੂਤਾਂ ਵਾਲੇ ਖੂਹਾਂ ਵਿੱਚੋਂ ਸਾਡੇ ਖੂਹ ਦਾ ਪਾਣੀ ਘੱਟ ਡੂੰਘਾ ਰਹਿ ਜਾਣ ਕਰਕੇ ਸਾਡੀ ਲੋੜ ਪੂਰੀ ਨਹੀਂ ਸੀ ਹੁੰਦੀ। ਇਸ ਲਈ ਚੋਬਿਆਂ ਨੇ ਖੂਹ ਵਿੱਚ ਹੋਰ ਮਿੱਟੀ ਕੱਢਣ ਵਾਸਤੇ ਆਪਣਾ ਪੂਰਾ ਸਮਾਨ ਲਿਆ ਕੇ ਖੂਹ ਦੀ ਮੌਣ ਉੱਤੇ ਫਿੱਟ ਕਰ ਦਿੱਤਾ। ਤਦ 2 ਮੁੱਖ ਚੋਬੇ ਲੱਭੂ ਅਤੇ ਸਰਬਣ ਖੂਹ ਵਿੱਚੋਂ ਮਿੱਟੀ ਆਈ ਦਾ ਭਰਿਆ ਕਹਿਆ ਫੜਨ ਵਾਸਤੇ ਮੌਣ 'ਤੇ ਖੜੇ ਹੋ ਗਏ ਸਨ ਅਤੇ 2 ਹੋਰ ਚੋਬੇ ਖੂਹ ਦੇ ਪਾਣੀ ਉੱਪਰ ਲੱਕੜ ਦੇ ਫੱਟੇ ਰੱਖ ਕੇ ਉਹਨਾਂ ਨੂੰ ਮਜ਼ਬੂਤ ਅਤੇ ਲੰਬੇ ਰੱਸਿਆਂ ਨਾਲ ਬੰਨ੍ਹ ਕੇ ਉਹੀ ਰੱਸੇ ਖੂਹ ਉੱਪਰ ਰੱਖੀਆਂ ਸ਼ਤੀਰੀਆਂ ਨਾਲ ਬੰਨੇ ਹੋਏ ਸਨ। 2 ਚੋਬੇ ਫੱਟਿਆਂ ਉੱਤੇ ਹੋਰ ਹੋਣੇ ਚਾਹੀਦੇ ਸੀ, ਪਰ ਚੋਬਾ ਇੱਕ ਜਿਸ ਦਾ ਨਾਂ ਵੀਰੂ ਸੀ, ਜੋ 20 ਕੁ ਸਾਲਾਂ ਦੀ ਉਮਰ ਦਾ ਗੱਭਰੂ ਹੋਏਗਾ, ਉਸ ਦੀ ਮਦਦ ਵਾਸਤੇ ਮੈਨੂੰ ਦੂਸਰੇ ਚੋਬੇ ਦੀ ਥਾਂ ਪਾਣੀ ਉੱਤੇ ਰੱਖੇ ਫੱਟਿਆਂ ਉੱਤੇ ਖੜੇ ਹੋ ਕੇ ਕੰਮ ਵਿੱਚ ਮਦਦ ਕਰਨ ਵਾਸਤੇ ਮੇਰੇ ਪਿਤਾ ਨੇ ਭੇਜ ਦਿੱਤਾ ਸੀ। ਉੱਥੇ ਬਹੁਤ ਹਨੇਰਾ ਅਤੇ ਖਤਰਾ ਵੀ ਹੋਣ ਕਰਕੇ ਕੰਮ ਕਰਦਿਆਂ ਠੋਕੂ ਨੂੰ ਕਹੇ ਉੱਤੇ ਜ਼ੋਰ ਨਾਲ ਮਾਰਦਿਆਂ ਤਾਂ ਕਿ ਉਹ ਰੇਤ ਵਿੱਚ ਖੁੱਭ ਜਾਵੇ ਵੇਲੇ ਉੱਪਰਲਾ ਰੱਸਾ ਕਈ ਵਾਰ ਟੁੱਟ ਜਾਂਦਾ ਸੀ, ਜਿਸ ਨਾਲ ਮੈਂ ਡੂੰਘੇ ਪਾਣੀ ਵਿੱਚ ਡਿੱਗ ਕੇ ਗੋਤੇ ਖਾਣ ਲੱਗ ਜਾਂਦਾ ਸੀ। ਪਰ ਵੀਰੂ ਪੱਕਾ ਚੋਬਾ ਹੋਣ ਕਰਕੇ ਤਾਰੂ ਵੀ ਅਤੇ ਗੱਭਰੂ ਵੀ ਸੀ ਅਤੇ ਉਹ ਝੱਟ ਮੈਨੂੰ ਬਾਹੋਂ ਫੜ ਕੇ ਖਿੱਚ ਲਿਆਉਂਦਾ ਅਤੇ ਦੂਸਰੇ ਫੱਟਿਆਂ ਉੱਤੇ ਖੜ੍ਹਾ ਕਰ ਦਿੰਦਾ ਸੀ ਅਤੇ ਰੱਸਾ ਗੰਢ ਕੇ ਫਿਰ ਉਹੀ ਕੰਮ ਚਾਲੂ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਸਾਰੇ ਕਿਸਾਨਾਂ ਦੇ ਕੰਮ ਧੰਦੇ ਸੇਪੀ ਉੱਤੇ ਚੱਲਦੇ ਹੁੰਦੇ ਸਨ
ਸਰਬਨ ਤੇ ਉਸਦਾ ਗੱਭਰੂ ਪੁੱਤ ਜੋ ਚੋਬੇ ਦੀ ਸੇਵਾ ਤੋਂ ਤਾਂ ਮਿਹਨਤ ਹੀ ਲੈਂਦੇ ਸਨ, ਪਰ ਘਰਾਂ ਵਿੱਚ 2 ਕੜੇ ਹਰ ਘਰ ਵਿੱਚ ਸੇਵਾ ਕਰਨ ਦੀ ਸੇਪੀ ਵੀ ਲੈਂਦੇ ਸਨ। ਹਸੂ ਜੋ ਬੁੱਢਾ ਮੁਸਲਮਾਨ ਲੋਹਾਰਾ ਕੰਮ ਸੇਪੀ ਤੇ ਕਰਦਾ ਸੀ ਤੇ ਭੱਠੀ ਵਿੱਚ ਪੱਖੇ ਨਾਲ ਹਵਾ ਭੇਜਣ ਦੀ ਥਾਂ ਉਦੋਂ ਪਸ਼ੂਆਂ ਦੀਆਂ 2 ਖੱਲਾਂ ਰਾਹੀਂ ਹਵਾ ਭੱਠੀ ਤੱਕ ਭੇਜੀ ਜਾਂਦੀ ਸੀ। ਮਿਸਤਰੀ ਬਿਸ਼ਨ ਸਿੰਘ, ਰਾਜ ਮਿਸਤਰੀ ਹਜ਼ਾਰਾ ਸਿੰਘ ਤੇ ਫੂਮਨ ਸਿੰਘ ਤਰਖਾਣਾ ਕੰਮ ਸੇਪੀ ਤੇ ਕਰਦੇ ਸਨ ਤੇ ਨਾਲ ਸੰਦੂਕ ਬਣਾਉਣ ਤੇ ਖਰਾਸ ਦਾ ਕੰਮ, ਤੇ ਬਤਨ ਸਿੰਘ ਜੋ ਬਹੁਤ ਸ਼ਰੀਫ ਤੇ ਸਾਧੂ ਸੰਤ ਸੀ, ਚਰਖੇ ਪੀੜੀਆਂ ਤੇ ਪੱਖੀਆਂ ਦਾ ਕੰਮ ਕਰਦਾ ਸੀ। ਸਾਰੇ ਬਹੁਤ ਮਿਹਨਤੀ ਸਨ ਅਤੇ ਆਦ ਦਰਜੇ ਦੇ ਹੁਨਰ ਵਿੱਚ ਵੀ ਨਿਪੁੰਨ ਸਨ। ਪੁਰਾਤਨ ਸਮੇਂ ਦੇ ਅਨਪੜ੍ਹ ਵਿਗਿਆਨੀ। ਇਹ ਸੱਚ ਹੈ ਕਿ ਵਿਗਿਆਨ ਇੱਕ ਸਕੂਲੀ ਤੇ ਕਾਲਜ ਦੀ ਪੜ੍ਹਾਈ ਦੇ ਸਿਲੇਬਸ ਦਾ ਮਹੱਤਵਪੂਰਨ ਵਿਸ਼ਾ ਹੈ, ਪਰ ਪੁਰਾਣੇ ਸਮੇਂ ਵੇਲੇ ਇਹ ਸਾਰੇ ਮਿਸਤਰੀ ਜਿਵੇਂ ਰਾਜ ਮਿਸਤਰੀ, ਲੱਕੜੀ ਤੇ ਲੋਹੇ ਦੇ ਮਿਸਤਰੀ, ਚੋਬੇ ਅਤੇ ਚੀਕਣੀ ਮਿੱਟੀ ਤੋਂ ਭਾਂਡੇ ਬਣਾ ਕੇ ਪਕਾਉਣ ਵਾਲੇ ਕੁਮਹਾਰ ਭਾਈਚਾਰੇ ਦੇ ਸਾਰੇ ਮੈਂਬਰ ਅਨਪੜ੍ਹ ਹੁੰਦਿਆਂ ਹੋਇਆਂ ਵੀ ਆਪਣੀ ਸੂਝ-ਬੂਝ ਨੂੰ ਵਰਤ ਕੇ ਵਿਗਿਆਨੀਆਂ ਵਾਲੇ ਚਮਤਕਾਰ ਕਰਕੇ ਦਿਖਾ ਦਿੰਦੇ ਸਨ। ਇਹਨਾਂ ਸਾਰੇ ਲਿਖੇ ਨਾਵਾਂ ਵਿੱਚੋਂ ਹਜ਼ਾਰਾ ਸਿੰਘ, ਬਿਸ਼ਨ ਸਿੰਘ, ਬਤਨ ਸਿੰਘ, ਬੋਮਨ ਸਿੰਘ, ਲੱਭੂ ਤੇ ਸਰਬਨ ਸਵਰਗਵਾਸ ਹੋ ਚੁੱਕੇ ਨੇ, ਪਰ ਵੀਰੂ ਦੀ ਉਮਰ 90 ਸਾਲ ਵਿੱਚ ਹੋਵੇਗੀ ਅਤੇ ਜੀਵਤ ਹੈ। ਹਸੂ ਜੋ ਮੁਸਲਮਾਨ ਲੋਹਾਰ ਸੀ ਤੇ 1946-47 ਈਸਵੀ ਵੇਲੇ ਹੀ ਬੁਢਾਪੇ ਵਿੱਚ ਹੋਣ ਕਰਕੇ ਕੰਬਦਿਆਂ ਹੱਥਾਂ ਨਾਲ ਸੇਪੀ ਕਰਦਾ ਸੀ ਤੇ ਉਸਦੀ ਪਤਨੀ ਰਾਜੋ ਦੋਤੇ ਸੂਬੇ ਨੂੰ ਪਾਕਿਸਤਾਨੀ ਫੌਜੀ ਆਪਣੀਆਂ ਗੱਡੀਆਂ ਵਿੱਚ ਜ਼ਬਰਨ ਬਿਠਾ ਕੇ ਨਾਲ ਲੈ ਗਏ ਸਨ। ਹਸੂ ਦੀ ਲੜਕੀ ਜੋ ਸੂਬੇ ਦੀ ਮਾਂ ਸੀ, ਉਹ ਪਿੰਡ ਪੰਡਾਲ ਦੋਨਾ ਵਿਖੇ ਆਪਣੇ ਅਗਲੇ ਸਿਰਜੇ ਪਰਿਵਾਰ ਵਿੱਚ ਪੋਤੇ ਪੜਪੋਤਿਆਂ ਵਾਲੀ ਸੀ। ਕੁਮਾਰ ਭਾਈਚਾਰੇ ਵਿੱਚੋਂ ਗੋਦਾ ਸਿੰਘ ਉਸਦਾ ਪੁੱਤਰ, ਬੂਟਾ ਰੂੜਾ ਉਸਦੇ ਪੁੱਤਰ, ਅਮਰੂ ਸਾਧੂ ਤੇ ਪਿਆਰਾ ਸਿੰਘ, ਸੁੰਦਰ ਸਿੰਘ ਉਸਦੇ ਪੁੱਤਰ, ਸੋਹਣ ਤੇ ਭਜਨ ਸਿੰਘ, ਹਰੀ ਸਿੰਘ ਤੇ ਉਸਦੇ ਪੁੱਤਰ ਅਰਜਨ ਸਿੰਘ ਤੇ ਜੀਵਾ ਸਿੰਘ ਅਤੇ ਉਸਦੇ ਪੁੱਤਰ ਭਗਤ ਸਿੰਘ ਤੇ ਕਰਮ ਸਿੰਘ, ਪੂਰੇ ਦਾ ਪੂਰਾ ਬਲੱਗਣ ਪਰਿਵਾਰ ਚੀਕਣੀ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਕੇ ਪੇੜਾ ਬਣਾ ਕੇ ਘੁੰਮਦੇ ਚੱਕ ਉੱਤੇ ਰੱਖ ਕੇ ਮਿੱਟੀ ਤੋਂ ਭਾਂਡੇ ਦੇ ਰੂਪ ਵਾਲੀ ਅੱਧ ਸ਼ਕਲ ਬਣਾਉਣ ਵਾਸਤੇ ਦੇਰ ਨਹੀਂ ਲਾਉਂਦੇ ਸਨ। ਫਿਰ ਉਸ ਅੱਧ ਸ਼ਕਲ ਵਿੱਚ ਬਣੇ ਭਾਂਡੇ ਨੂੰ ਥੱਪ ਕੇ ਪੂਰੀ ਸ਼ਕਲ ਪ੍ਰਦਾਨ ਕਰ ਦਿੰਦੇ ਸਨ ਤੇ ਆਵਾ ਤਪਾ ਕੇ ਭਾਂਡੇ ਨੂੰ ਟੱਕਦਾ ਪੱਕਾ ਭਾਂਡਾ ਬਣਾ ਕੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਰਹਿੰਦੇ ਸਨ। ਉਹ ਖੂਹ ਵਿੱਚੋਂ ਪਾਣੀ ਕੱਢਣ ਲਿਆਉਣ ਵਾਲੀਆਂ ਟਿੰਡਾਂ ਸਮੇਤ ਹਰ ਕਿਸਮ ਦੇ ਭਾਂਡੇ ਬਣਾਉਣ ਦੇ ਮਾਹਰ ਵਿਗਿਆਨੀ ਹੀ ਸਨ। ਪੁਰਾਤਨ ਸਮੇਂ ਵੇਲੇ ਪਹਿਲਾਂ ਕਹਿ ਗਏ ਕਿਸਾਨਾਂ ਸਮੇਤ ਸਾਰੇ ਭਾਈਚਾਰਿਆਂ ਦੀ ਆਪਸੀ ਸਾਂਝ ਬਹੁਤ ਹੀ ਗੂੜੀ ਹੁੰਦੀ ਸੀ ਤੇ ਇੱਕ ਦੂਸਰੇ ਬਗੈਰ ਸਰਦਾ ਵੀ ਨਹੀਂ ਸੀ। ਹੁਣ ਦੇ ਸਮੇਂ ਨੇ ਐਸਾ ਪਲਟਾ ਖਾਧਾ ਜਿਸ ਕਰਕੇ ਸਭ ਕੁਝ ਬਦਲਾ ਚੁੱਕਿਆ ਹੈ। ਸੇਪੀ ਸਿਸਟਮ ਬਦਲ ਗਿਆ। ਲਗਭਗ ਸਭ ਕਿਸਮ ਦੇ ਮਿਸਤਰੀ ਪਰਿਵਾਰ ਬਾਹਰ ਵੱਲ ਮੂੰਹ ਕਰਕੇ ਜਹਾਜ਼ੇ ਚੜ੍ਹ ਕੇ ਪਰਦੇਸੀ ਬਣ ਗਏ ਹਨ। ਦੂਸਰੇ ਭਾਈਚਾਰਿਆਂ ਦਾ ਵੀ ਇਹੋ ਹੀ ਹਾਲ ਹੈ। ਖੂਹਾਂ ਉੱਪਰ ਵਿੰਡਾਂ ਨੂੰ ਫਿੱਟ ਕਰਨਾ। ਖੂਹਾਂ ਉੱਪਰ ਵਿੰਡਾਂ ਨੂੰ ਫਿੱਟ ਕਰਨਾ ਆਪਣੇ ਸਮੇਂ ਵੇਲੇ ਇੱਕ ਕਲਾ ਹੁਨਰ ਹੀ ਹੁੰਦਾ ਸੀ ਜੋ ਠੀਕ ਵਿਗਿਆਨਕ ਤਰੀਕੇ ਨਾਲ ਕੀਤਾ ਜਾਂਦਾ ਸੀ। ਇਸ ਕੰਮ ਨੂੰ ਸੁਚੱਜੇ ਤਰੀਕੇ ਨਾਲ ਸਾਰੇ ਮਿਸਤਰੀ ਨਹੀਂ ਕਰ ਸਕਦੇ ਸਨ। ਇੱਥੇ ਅੰਤਮ ਸਮੇਂ ਵਾਲੇ ਖੂਹ ਦੇ ਵਿੱਢ ਸੱਭਿਆਚਾਰ ਬਾਰੇ ਵੀ ਕਿਹਾ ਜਾ ਰਿਹਾ ਹੈ, ਜੋ ਬਦਲ ਕੇ ਕਈ ਰੂਪਾਂ ਵਿੱਚ ਹੁੰਦਾ ਹੋਇਆ ਬਣਿਆ ਸੀ। ਖੂਹ ਦੀ ਮੌਣ ਦੀ ਉਚਾਈ ਤੇ ਉਸਾਰੀ ਸੁਰੱਖਿਆ ਕਰਨਾ ਕਰਕੇ ਜ਼ਮੀਨ ਤੋਂ 2 ਫੁੱਟ ਉੱਚੀ ਰੱਖੀ ਜਾਂਦੀ ਸੀ। ਖੂਹ ਦੀ ਪੈੜ ਜਿਸ ਦਿਸ਼ਾ ਵਿੱਚ ਰੱਖਣ ਯਾਨੀ ਬਣਾਉਣ ਦਾ ਇਰਾਦਾ ਹੁੰਦਾ ਸੀ, ਉਧਰੋਂ ਮੌਣ ਦੇ 10-15 ਚਨਾਈ ਵਾਲੇ ਵਾਰ ਉਧੇੜ ਕੇ ਦੁਬਾਰਾ ਹਰ ਵਾਰ ਗੁਲਾਈ 'ਚ ਨਹੀਂ ਸਗੋਂ ਸਿੱਧੀ ਕੰਧ ਵਾਂਗੂ ਇੱਟਾਂ ਨੂੰ ਹਰ ਵਾਰ ਥੋੜ੍ਹਾ ਅੰਦਰ ਖੂਹ ਵੱਲ ਸੀਮੈਂਟ ਨਾਲ ਚਿਣ ਕੇ ਮੌਣ ਦੇ ਉੱਪਰਲੇ ਕਿਨਾਰੇ ਤੋਂ ਵੀ ਫੁੱਟ ਤੋਂ ਫੁੱਟ ਹੋਰ ਉੱਚੀ ਕੰਧ ਬਣਾਈ ਜਾਂਦੀ ਸੀ, ਜਿਸ ਨੂੰ ਦਾਬ ਕਹਿੰਦੇ ਸੀ, ਤੇ ਵਿਚਕਾਰ ਲੋਹੇ ਦੀ ਲੱਠ ਲੰਘਾਉਣ ਵਾਸਤੇ ਝਰੀ ਰੱਖੀ ਜਾਂਦੀ ਸੀ। ਉਸ ਦਾਬ ਤੋਂ ਬੈੜ ਦੀ ਚੜ੍ਹਾਈ ਤੋਂ ਥੋੜ੍ਹੀ ਹੋਰ ਜ਼ਿਆਦੀ ਜਗ੍ਹਾ ਛੱਡ ਕੇ ਦਾਬ ਦੇ ਸਮਾਨਾਂਤਰ ਮਜ਼ਬੂਤ ਰੁੱਖ ਦਾ ਤਣਾ ਜਾਂ ਸੀਮੈਂਟ, ਬਜਰੀ, ਲੋਹੇ ਤੇ ਰੇਤ ਦਾ ਪੱਕਾ ਚੱਲਣ ਬਣਾ ਕੇ ਬੈੜ ਤੇ ਚੱਕਲੀ ਨੂੰ ਲੋਹੇ ਦੀ ਲੰਬੀ ਲੱਠ ਦੇ ਦੋਹੀਂ ਸਿਰਿਆਂ ਨੂੰ ਉਹਨਾਂ ਵਾਸਤੇ ਬਣਾਈਆਂ ਹੋਈਆਂ ਥਾਵਾਂ ਵਿੱਚ ਰੱਖ ਦਿੱਤਾ ਜਾਂਦਾ ਸੀ ਤੇ ਨਾਲ ਹੀ ਖੂਹ ਦੇ ਕੁੱਤੇ ਨੂੰ ਚੱਕਲੀ ਦੇ ਬੁੜਿਆਂ ਨਾਲ ਤਾਲਮੇਲ ਕਰਕੇ ਠੀਕ ਕੰਮ ਕਰਨ ਵਾਲੀ ਜਗ੍ਹਾ 'ਤੇ ਰੱਖ ਕੇ ਫਿੱਟ ਕਰ ਦਿੱਤਾ ਜਾਂਦਾ ਸੀ। ਇਸ ਕਰਕੇ ਚੱਕਲੇ ਦਾ ਧੁਰਾ ਯਾਨੀ ਤੀਰ ਨੂੰ 90 ਡਿਗਰੀ 'ਤੇ ਕਰਕੇ ਚੱਕਲੇ ਦੇ ਬੁੜੀਏ ਚੱਕਲੀ ਦੇ ਬੁੜਿਆਂ ਵਿੱਚ ਫਸਾ ਕੇ ਠੀਕ ਤਾਲਮੇਲ ਕਰਕੇ ਚੱਕਲੇ ਦੇ ਤੀਰ ਦਾ ਹੇਠਲਾ ਹਿੱਸਾ ਉਸ ਵਾਸਤੇ ਬਣੀ ਚੀਠੀ ਵਿੱਚ ਰੱਖ ਕੇ ਉੱਪਰ ਵਾਲਾ ਸਿਰਾ ਉਸ ਵਾਸਤੇ ਬਣੇ ਆਂਗੜੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਸੀ, ਜੋ 2 ਚੰਨਿਆਂ ਉੱਪਰ ਰੱਖਿਆ ਮਜ਼ਬੂਤ ਲੱਕੜ ਦੇ ਰੁੱਖ ਦਾ ਤਣਾ, ਜਿਸ ਨੂੰ ਕਾਂਜਨ ਕਹਿੰਦੇ ਹੁੰਦੇ ਸੀ, ਨਾਲ ਫਿੱਟ ਕੀਤਾ ਹੋਇਆ ਹੁੰਦਾ ਸੀ। ਹੁਣ ਵਿੱਡ ਫਿੱਟ ਕਰਨ ਦੀ ਅਗਲੀ ਕਾਰਵਾਈ ਸ਼ੁਰੂ ਹੁੰਦੀ ਸੀ। ਗਾਟੀ ਨੂੰ ਫਿੱਟ ਕਰਨ ਵਾਸਤੇ ਗਾਟੀ ਦਾ ਜੋ ਸਾਂਗੜ ਵਾਲਾ ਪਾਸਾ ਉਸ ਵਾਸਤੇ ਬਣੀ ਬਲਦਾਂ ਦੇ ਤੁਰਨ ਯਾਨੀ ਖੂਹ ਦੀ ਗਾਟੀ ਨੂੰ ਬੇਲ ਨਾਲ ਖਿੱਚਣਾ ਵਾਸਤੇ ਗੋਲ ਚੱਕਰ ਆਕਾਰ ਦੀ ਪੈੜ ਵੱਲ ਰੱਖ ਕੇ ਤੇ ਦੂਸਰੇ ਸਿਰੇ ਨੂੰ ਚੱਕਲੇ ਉੱਤੇ ਬੰਨ ਫਿੱਟ ਕਰਕੇ ਟਿੰਡਾਂ ਵਾਲੀ ਮਾਹਲ ਨੂੰ ਬੈੜ ਦੀਆਂ ਰੰਬੀਆਂ ਉੱਤੇ ਰੱਖ ਤੇ ਤਾਲਮੇਲ ਬਿਠਾ ਕੇ ਚੈੱਕ ਕਰਕੇ ਖੂਹ ਵਿੱਚ ਉਤਾਰਿਆ ਜਾਂਦਾ ਸੀ। ਹੁਣ ਖੂਹ ਦੇ ਵਿੱਡ ਨੂੰ ਫਿੱਟ ਕਰਨ ਦੀ ਆਖਰੀ ਕਾਰਵਾਈ ਵਜੋਂ ਪਾਣੀ ਵਾਲੀ ਨਿਸ਼ਾਰ ਤੇ ਪਾਰਸੇ ਨੂੰ ਉਹਨਾਂ ਵਾਸਤੇ ਝੱਲਣ ਉੱਪਰ ਬਣੀਆਂ ਘੋੜੀਆਂ ਉੱਪਰ ਰੱਖ ਕੇ ਕੀਤੀ ਕਾਰਵਾਈ ਨੂੰ ਹੁਣ ਮੁਕੰਮਲ ਹੋ ਗਈ ਸਮਝ ਕੇ ਰੱਬ ਦਾ ਧੰਨਵਾਦ ਕੀਤਾ ਜਾਂਦਾ ਸੀ।
ਹੁਣ ਮਿਸਤਰੀ ਦੀ ਮੌਜੂਦਗੀ ਵਿੱਚ ਪਹਿਲੋਂ ਆਪ ਖੂਹ ਦੇ ਬਿੱਡ ਨੂੰ ਹੱਥ ਨਾਲ ਖਿੱਚ ਕੇ ਗੇੜਿਆ ਤੇ ਦੇਖਿਆ ਜਾਂਦਾ ਸੀ ਕਿ ਕੀ ਇਹ ਪੂਰਾ ਸਿਲਸਿਲਾ ਠੀਕ ਚੱਲ ਰਿਹਾ। ਜੇ ਕੋਈ ਕਮੀ ਰਹਿ ਗਈ ਨਜ਼ਰ ਆਉਂਦੀ ਤਾਂ ਠੀਕ ਕੀਤੀ ਜਾ ਸਕੇ। ਖੂਹ ਠੀਕ ਚਾਲ ਵਿੱਚ ਗਿਰਦੇ ਉੱਤੇ ਉਹ ਤਸੱਲੀ ਕਰਕੇ ਤੇ ਬਲਦਾਂ ਨੂੰ ਪੰਜਾਲੀ ਵਿੱਚ ਜੋੜ ਕੇ ਅਤੇ ਪਰਮਾਤਮਾ ਦਾ ਨਾਂ ਲੈ ਕੇ ਖੂਹ ਦਾ ਬਿੱਡ ਗਿਰਦਾ ਦੇਖਣ ਵਾਸਤੇ ਦੋਨੋਂ ਬਲਦਾਂ ਨੂੰ ਵੀ ਹਿੱਕ ਕੇ ਚੱਲਦੇ ਤੇ ਗਿਰਦੇ ਖੂਹ ਨੂੰ ਤੇ ਖੂਹ ਵਿੱਚੋਂ ਪਾਣੀ ਨਾਲ ਭਰੀਆਂ ਟਿੰਡਾਂ ਦੇ ਪਾਣੀ ਨੂੰ ਪਾਰਸੇ ਵਿੱਚ ਡਿੱਗਦਾ ਤੇ ਨਿਸ਼ਾਰ ਰਾਹੀਂ ਹੁੰਦਾ ਹੋਇਆ ਚਬੱਚੇ ਵਿੱਚ ਪਹੁੰਚਦਾ ਤੇ ਉੱਥੋਂ ਬਣੀ ਹੋਈ ਪਾਣੀ ਵਾਲੀ ਵਗਣ ਵਾਲੀ ਆੜ ਰਾਹੀਂ ਖੇਤ ਵੱਲ ਨੂੰ ਜਾਂਦੇ ਪਾਣੀ ਨੂੰ ਦੇਖ ਕੇ ਉੱਥੇ ਖੜੇ ਮਿਸਤਰੀ ਸਮੇਤ ਸਾਰੇ ਰਿਸ਼ਤੇਦਾਰਾਂ, ਸਨੇਹੀਆਂ ਤੇ ਮਾਲਕਾਂ ਕੋਲੋਂ ਚਾਅ ਨਹੀਂ ਸੀ ਸੰਭਾਲਿਆ ਜਾਂਦਾ। ਉਹ ਕਈ ਦਿਨਾਂ ਤੱਕ ਨਸ਼ਾ ਪੀਤੇ ਵਾਂਗੂ ਖੁਸ਼ੀ ਦੇ ਸਰੂਰ ਵਿੱਚ ਝੂਮਦੇ ਰਹਿੰਦੇ ਸਨ। ਉਹ ਖੁਸ਼ੀ ਵਿੱਚ ਰੱਬ ਦੇ ਸ਼ੁਕਰਾਨੇ ਵਜੋਂ ਦੇਸੀ ਘਿਓ ਦਾ ਦੀਵਾ ਜਗਾਉਂਦੇ ਰਹਿੰਦੇ ਸਨ। ਖੂਹਾਂ ਨਾਲ ਜੁੜੀਆਂ ਅੱਤ ਦਰਜੇ ਦੀਆਂ ਮੁਸ਼ਕਲਾਂ ਦੀ ਕਹਾਣੀ। ਜਿੱਥੇ ਸੁੱਖ ਮਿਲਦਾ ਹੋਵੇ ਉੱਥੇ ਦੁੱਖਾਂ ਦਾ ਵੀ ਮਿਲਣਾ ਜ਼ਰੂਰੀ ਹੁੰਦਾ ਹੈ। ਗੁਰਬਾਣੀ ਵਿੱਚ ਆਉਂਦਾ ਹੈ, ਦੁੱਖ ਸੁੱਖ ਤੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਦੋਨੋਂ ਕਰਮ ਕਿਸਾਨਾਂ ਤੇ ਜਵਾਨਾਂ ਫੌਜੀਆਂ ਨੂੰ ਜ਼ਿਆਦਾ ਹੰਡਾਉਣੇ ਮਿਲਦੇ ਹਨ। ਹੋਰਾਂ ਨੂੰ ਇਹਨਾਂ ਬਾਰੇ ਪਤਾ ਵੀ ਨਹੀਂ ਹੁੰਦਾ। ਜਿਵੇਂ ਕਿਹਾ ਜਾਂਦਾ ਹੈ, ਤੰਦਰੁਸਤ ਨੂੰ ਸਾਰ ਕੀ ਦੁਖੜੇ ਦੀ, ਦੁੱਖ ਪੁੱਛ ਲੈ ਕਿਸੇ ਬਿਮਾਰ ਕੋਲੋਂ। ਫੌਜੀ ਜਵਾਨ ਘਰਾਂ ਤੋਂ ਬਹੁਤ ਦੂਰ ਲਦਾਖ ਖੇਤਰ ਵਿੱਚ ਅੱਤ ਦਰਜੇ ਦੀ ਠੰਡ ਵੇਲੇ ਤੇ ਨਾਜ਼ੁਕ ਥਾਂ ਤੇ ਦੇਸ਼ ਦੀ ਰਾਖੀ ਹੀ ਨਹੀਂ ਕਰਦੇ, ਬਲਕਿ ਰਾਤ ਨੂੰ ਪਹਿਰਾ ਵੀ ਦਿੰਦੇ ਹੁੰਦੇ ਹਨ। ਜਿਨ੍ਹਾਂ ਦਾ ਆਪਣੇ ਬੱਚਿਆਂ ਨਾਲੋਂ ਲਿੰਕ ਵੀ ਟੁੱਟਿਆ ਹੁੰਦਾ ਤੇ ਬਰਫ਼ ਤੇ ਤੁਰਨਾ ਵੀ ਪੈਂਦਾ ਹੈ। ਸ਼ੰਭ ਦੇ ਨੇੜੇ ਮੋਹਲੇਧਾਰ ਹੁੰਦੀ ਬਾਰਿਸ਼ ਵੇਲੇ ਜਦੋਂ ਲੋਕ ਬਾਰਿਸ਼ ਤੋਂ ਬਚਣ ਵਾਸਤੇ ਘਰਾਂ ਅੰਦਰ ਵੜਦੇ ਹਨ, ਉਹਨਾਂ ਨੂੰ ਹੁਕਮ ਮਿਲਦਾ ਹੈ ਬਾਰਡਰ ਦੀ ਸਾਰ ਲੈਣ ਦਾ, ਤਾਂ ਕਿ ਕਿਤੇ ਦੁਸ਼ਮਣ ਦੀ ਫੌਜ ਮੋਹਲੇਧਾਰ ਬਾਰਿਸ਼ ਤੋਂ ਲਾਹਾ ਲੈ ਕੇ ਸਾਡੀ ਜ਼ਮੀਨ ਤੇ ਕਬਜ਼ਾ ਨਾ ਕਰ ਲਵੇ। ਅਸੀਂ ਪਲਾਹਵਾਲਾ ਤੋਂ ਹੁੰਦੇ ਹੋਏ ਪਿੰਡ ਲਾਮ, ਨਿੱਕੀਆਂ ਹਾਈਟ 36 ਟਾਹਲੀ ਤੇ ਸੈਣੀਆਂ ਦੇ ਕੋਠੇ ਜੋ ਉੱਥੇ ਉਜੜੇ ਦੇ ਬਰਬਾਦ ਹੋਏ ਪਿੰਡਾਂ ਦੇ ਨਾਂ ਹਨ, ਤੱਕ ਬਿਲਕੁਲ ਬਾਰਡਰ ਤੱਕ ਪਹੁੰਚ ਕਰਦੇ ਤੇ ਤਸੱਲੀ ਕਰਕੇ ਬਾਰਿਸ਼ ਹਟੀ ਤੋਂ ਮਗਰੋਂ ਵਾਪਸ ਪਰਤਦੇ ਹੁੰਦੇ ਸਾਂ। ਫੌਜੀ ਜੀਵਨ ਸਭ ਦਾ ਹੀ ਇਹੋ ਤੇ ਇੱਕੋ ਜਿਹਾ ਹੀ ਹੁੰਦਾ ਹੈ ਤੇ ਕਠਿਨਾਈਆਂ ਦਾ ਘਰ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਕਿਸਾਨ ਦੀ। ਕਿਸਾਨ ਦੀ ਜੂਨ ਬੁਰੀ ਹੁੰਦੀ ਹੈ ਬਾਰੇ ਸਭ ਨੂੰ ਪਤਾ ਹੈ। ਉਹ ਖੁਦਕੁਸ਼ੀਆਂ ਚਾਅ ਨਾਲ ਨਹੀਂ, ਸਗੋਂ ਦੁੱਖਾਂ ਭਰੀ ਜ਼ਿੰਦਗੀ ਤੋਂ ਖਹਿੜਾ ਛੁਡਾਉਣ ਵਾਸਤੇ ਕਰਦੇ ਨੇ। ਭਾਵੇਂ ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ, ਪਰ ਮਸਲੇ ਵੀ ਹੱਲ ਨਾ ਹੁੰਦੇ ਹੋਣ ਕਰਕੇ ਸ਼ਾਇਦ ਉਹ ਇਹ ਕਦਮ ਪੁੱਟਦੇ ਹੋਣ। ਇੱਥੇ ਆਪਣੇ ਤਾਏ ਬੰਤਾ ਸਿੰਘ ਵੱਲੋਂ ਦੱਸੀਆਂ ਹੋਈਆਂ ਗੱਲਾਂ ਵਿੱਚੋਂ ਸਿਰਫ ਇੱਕ ਹੀ ਕਹਿਣ ਲੱਗਾ ਹਾਂ। ਸੰਨ 1915 ਤੋਂ 1935 ਈਸਵੀ ਵਿਚਕਾਰ ਦੀ ਗੱਲ ਹੋਵੇਗੀ, ਜਦੋਂ ਖੂਹਾਂ ਦੀ ਗਿਣਤੀ ਘੱਟ ਸੀ ਤੇ ਹਿੱਸੇਦਾਰ ਜ਼ਿਆਦਾ ਹੁੰਦੇ ਹੋਣ ਕਰਕੇ ਖੂਹਾਂ ਦੇ ਚੱਲਣ ਸਮੇਂ ਦਿਨ ਤੇ ਰਾਤ ਨੂੰ ਵੀ ਵਾਰੀਆਂ ਵੱਜੀਆਂ ਹੋਈਆਂ ਹੁੰਦੀਆਂ ਸਨ। ਉਸ ਵੇਲੇ ਟਿੰਡਾਂ ਮਿੱਟੀ ਦੀਆਂ, ਵਿੱਢ ਲੱਕੜ ਦੇ ਤੇ ਸੇਕਾ ਘੱਟ ਹੁੰਦਾ ਸੀ। ਖੂਹ ਸਾਰੀ ਰਾਤ ਹੀ ਚਲਾਉਣੇ ਪੈਂਦੇ ਸਨ। ਮਿੱਟੀ ਦੀਆਂ ਟਿੰਡਾਂ ਦੀ ਮਾਹਲ ਗੰਨੇ ਦੀਆਂ ਪੱਛੀਆਂ ਜਾਂ ਸਨੂਕੜੇ ਦੇ ਰੱਸਿਆਂ ਨਾਲ ਬੰਨੀਆਂ ਹੁੰਦੀਆਂ ਸਨ। ਇਸ ਲਈ ਇਹਨਾਂ ਰੱਸਿਆਂ ਨੂੰ ਹਰ ਸਮੇਂ ਗਿੱਲਾ ਰਹਿਣ ਕਰਕੇ ਟੁੱਟ ਜਾਣ ਤੋਂ ਮਗਰੋਂ ਟਿੰਡਾਂ ਖੂਹ ਵਿੱਚ ਡਿੱਗ ਪੈਂਦੀਆਂ ਸਨ। ਤਦ ਵਾਰੀ ਵਾਲਾ ਕਿਸਾਨ ਰਾਤ ਨੂੰ ਆਪਣੀ ਵਾਰੀ ਵਿੱਚੋਂ ਥੋੜ੍ਹਾ ਬਹੁਤ ਸਮਾਂ ਬਚਾਉਣ ਖਾਤਰ ਉਸ ਵੇਲੇ ਰਾਤ ਨੂੰ ਹੀ ਟੋਕਰੇ ਚੁੱਕ ਕੇ ਘੁਮਾਰਾਂ ਨੂੰ ਸੁੱਤਿਆਂ ਹੋਇਆਂ ਨੂੰ ਜਗਾਉਂਦੇ। ਗਿਣਤੀ ਕਰਕੇ ਟਿੰਡਾਂ ਲਿਆਉਂਦੇ, ਰੱਸੇ ਵੱਟ ਕੇ ਨਵੀਂ ਮਾਹਲ ਤਿਆਰ ਕਰਕੇ ਟਿੰਡਾਂ ਨੂੰ ਠੀਕ ਦੂਰੀ 'ਤੇ ਬੰਨ੍ਹਦੇ ਤੇ ਹਨੇਰੀ ਰਾਤ ਨੂੰ ਹੀ ਕਹੀ ਲੈ ਕੇ ਖੂਹ ਵਿੱਚ ਉਤਰਦੇ ਤੇ ਇਸ ਕਰਕੇ ਪਾਣੀ ਵਿੱਚੋਂ ਮਾਹਲ ਦੀਆਂ ਟਿੰਡਾਂ ਦੇ ਬੱਬਰਿਆਂ ਨੂੰ ਉੱਥੋਂ ਦੂਰ ਕਰਦੇ ਕਿ ਕਿਤੇ ਬੱਬਰਿਆਂ ਦਾ ਉੱਚਾ ਢੇਰ ਇਹ ਨਵੀਂ ਮਾਹਲ ਦੀਆਂ ਟਿੰਡਾਂ ਨੂੰ ਵੀ ਫਿਰ ਤੋੜ ਨਾ ਦੇਵੇ। ਨਵੀਂ ਮਾਹਲ ਦੇ ਟੁੱਟਣ ਦੇ ਖਤਰੇ ਨੂੰ ਦੂਰ ਕਰਕੇ ਕਿਸਾਨ ਖੂਹ ਵਿੱਚੋਂ ਬਾਹਰ ਆਉਂਦੇ ਤੇ ਨਵੀਂ ਬਣੀ ਮਾਹਲ ਨੂੰ ਖੂਹ ਵਿੱਚ ਉਤਾਰ ਕੇ ਆਪਣੀ ਵਾਰੀ ਦਾ ਬਚਿਆ ਖੁਚਿਆ ਸਮਾਂ ਵਰਤ ਲੈਂਦੇ ਸਨ। ਵਾਰੀ ਦਾ ਸਮਾਂ ਖਤਮ ਹੋਣ ਵੇਲੇ ਤੋਂ ਪਹਿਲੋਂ ਹੀ ਅਗਲੀ ਵਾਰੀ ਵਾਲਾ ਕਿਸਾਨ ਆਪਣੇ ਬਲਦ ਲੈ ਕੇ ਉੱਥੇ ਖੜਾ ਹੋ ਜਾਂਦਾ ਸੀ। ਤਦ ਉਸ ਦੀ ਵਾਰੀ ਨੂੰ ਉਸ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ। ਕਿਸਾਨਾਂ ਦੀ ਖਾਮੋਸ਼ ਕਾਤਲ ਖੂਹ ਵਿਚਲੀ ਗੈਸ। 1965-70 ਈਸਵੀ ਵੇਲੇ ਸ਼ਾਇਦ ਕਿਸਾਨਾਂ ਨੇ ਭਾਂਪ ਲਿਆ ਸੀ ਕਿ ਖੂਹ ਸੱਭਿਆਚਾਰ ਖਤਮ ਹੋਣ ਦੇ ਕਿਨਾਰੇ 'ਤੇ ਹੈ। ਇਸ ਕਰਕੇ ਉਹਨਾਂ ਵਿੱਚੋਂ ਕਿਸੇ ਕਿਸਾਨ ਨੇ ਡੀਜ਼ਲ ਇੰਜਨ ਖਰੀਦਣੇ ਸ਼ੁਰੂ ਕਰਕੇ ਧਰਤੀ ਵਿੱਚ ਬੋਰ ਕਰਾ ਕੇ ਪਾਣੀ ਖਿੱਚਣ ਦਾ ਨਵਾਂ ਢੰਗ ਤਰੀਕਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਵੱਲ ਦੇਖੋ ਦੇਖੀ ਸਾਰੇ ਕਿਸਾਨ ਹੀ ਇਸ ਤਰ੍ਹਾਂ ਕਰਨ ਲੱਗ ਪਏ ਸਨ, ਜਿਸ ਕਰਕੇ ਹਰੇ ਇਨਕਲਾਬ ਦਾ ਮੁੱਢ ਵੀ ਵੱਜਾ, ਜੋ ਖੂਹ ਸੱਭਿਆਚਾਰ ਦੇ ਖਾਤਮੇ ਦਾ ਕਾਰਨ ਵੀ ਬਣਿਆ। 1974-75 ਈਸਵੀ ਨੂੰ ਬਿਜਲੀ ਦੀ ਪਾਵਰ ਦੇ ਕਨੈਕਸ਼ਨ ਮਿਲਣੇ ਸ਼ੁਰੂ ਹੋ ਗਏ ਸਨ। ਬਿਜਲੀ ਦੀ ਪਾਵਰ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਵਧਣ ਲੱਗੀ ਸੀ ਤੇ ਪਾਣੀ ਦੀ ਚੋਟ ਹੋਰ ਨੀਵੀਂ ਹੋ ਗਈ ਸੀ। ਮੋਨੋਬਲਾਕ ਮੋਟਰਾਂ ਦੀਆਂ ਖੂਹੀਆਂ ਹੋਰ ਡੂੰਘੀਆਂ ਕਰਨੀਆਂ ਪਈਆਂ ਸਨ। ਖੂਹੀਆਂ ਹੋਰ ਡੂੰਘੀਆਂ ਕਰਨ ਵਾਸਤੇ ਹੇਠਲੇ ਹਿੱਸੇ 'ਤੇ ਖੂਹੀਆਂ ਪੁੱਟਦਿਆਂ ਜਾਂ ਨੀਵੀਆਂ ਕਰਦਿਆਂ ਮਿੱਟੀ ਦੀਆਂ ਢਿੱਗਾਂ ਡਿੱਗਣ ਕਰਕੇ ਬਹੁਤ ਸਾਰੇ ਕਿਸਾਨ ਢਿੱਗਾਂ ਹੇਠ ਦੱਬਣ ਕਰਕੇ ਜਾਨੀ ਨੁਕਸਾਨ ਕਰਾ ਬੈਠੇ ਸਨ। ਦੂਸਰਾ ਜਾਨੀ ਨੁਕਸਾਨ ਖੂਹੀ ਦੇ ਹੇਠਲੇ ਹਿੱਸੇ ਵਿੱਚ ਭਾਰੀ ਗੈਸ ਨੇ ਕੀਤਾ ਸੀ। ਗੈਸ ਅਸਲ ਵਿੱਚ ਹਲਕੀ ਹੋਣ ਕਰਕੇ ਉੱਪਰ ਨੂੰ ਜਾਂਦੀ ਹੈ, ਪਰ ਇਹ ਗੈਸ ਭਾਰੀ ਹੋਣ ਕਰਕੇ ਖੂਹ ਦੇ ਹੇਠਲੇ ਹਿੱਸੇ ਵਿੱਚ
ਜਮ੍ਹਾਂ ਹੋ ਜਾਂਦੀ ਸੀ ਅਤੇ ਨਾ ਹੀ ਇਸ ਗੈਸ ਦਾ ਕੋਈ ਮੁਸ਼ਕ ਹੁੰਦਾ ਹੈ। ਜਦੋਂ ਕੋਈ ਕਿਸਾਨ ਕਿਸੇ ਕੰਮ ਵਾਸਤੇ ਮੋਟਰ ਠੀਕ ਕਰਨ ਜਾਂ ਹਵਾ ਕੱਢਣ ਵਾਸਤੇ ਖੂਹ ਵਿੱਚ ਹੇਠਾਂ ਉਤਰਦਾ ਸੀ ਤਦ ਉਹ ਗੈਸ ਖਾਮੋਸ਼ ਕਾਤਲ ਬਣ ਕੇ ਕਿਸਾਨ ਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੰਦੀ ਸੀ। ਜਦੋਂ ਉਹ ਬੋਲਦਾ ਤੱਕ ਨਹੀਂ ਸੀ ਤਦ ਉੱਪਰਲਾ ਕਿਸਾਨ ਉਸ ਨੂੰ ਦੇਖਣ ਪਤਾ ਲਾਉਣ ਵਿੱਚ ਮਦਦ ਵਾਸਤੇ ਉੱਥੇ ਜਾਂਦਾ ਸੀ, ਤਦ ਉਹ ਵੀ ਜਾਨ ਗਵਾ ਕੇ ਉੱਥੇ ਹੀ ਰਹਿ ਜਾਂਦਾ ਸੀ। ਬਹੁਤ ਸਾਰੇ ਕਿਸਾਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਮਗਰੋਂ ਪਤਾ ਲੱਗਾ ਸੀ ਕਿ ਭਾਰੀ ਗੈਸ ਹੈ, ਜਿਸ ਤੋਂ ਜ਼ਿੰਦਗੀ ਬਚਾਉਣ ਵਾਸਤੇ ਕਿਸਾਨਾਂ ਨੂੰ ਖੂਹ ਵਿੱਚ ਉਤਰਨ ਤੋਂ ਪਹਿਲਾਂ ਜਗਦੀ ਲੈਂਪ ਨਾਲ ਰੱਸੀ ਬੰਨ੍ਹ ਕੇ ਹੇਠਾਂ ਉਤਾਰਨਾ ਸ਼ੁਰੂ ਕੀਤਾ। ਜੇ ਲੈਂਪ ਬੁੱਝ ਜਾਵੇ ਤਾਂ ਹੇਠਾਂ ਗੈਸ ਜ਼ਰੂਰ ਹੈ, ਜੇ ਨਾ ਬੁਝੇ ਤਾਂ ਗੈਸ ਨਹੀਂ ਹੈ। ਖੂਹ ਹੇਠਲੀ ਭਾਰੀ ਗੈਸ ਤੋਂ ਜਾਨ ਬਚਾਉਣ ਦਾ ਤਰੀਕਾ। ਇਹ ਭਾਰੀ ਗੈਸ ਧਰਤੀ ਦੀ ਪੜਾਸ ਵਿੱਚੋਂ ਪੈਦਾ ਹੁੰਦੀ ਹੈ, ਜੋ ਆਮ ਤੌਰ 'ਤੇ ਜੂਨ, ਜੁਲਾਈ, ਅਗਸਤ ਤੇ ਸਤੰਬਰ ਮਹੀਨਿਆਂ ਵੇਲੇ ਜ਼ਿਆਦਾ ਹੁੰਦੀ ਹੈ ਅਤੇ ਉੱਪਰ ਜਾਣ ਦੀ ਥਾਂ 'ਤੇ ਭਾਰੀ ਹੋਣ ਕਰਕੇ ਨੀਵੀਂ ਥਾਂ ਜਿਵੇਂ ਖੂਹੀ ਦੇ ਹੇਠਲੇ ਹਿੱਸੇ ਵਿੱਚ ਇਕੱਠੀ ਹੋ ਜਾਂਦੀ ਹੈ। ਨਾ ਇਹ ਦਿਸਦੀ ਹੈ, ਨਾ ਇਹ ਮਹਿਸੂਸ ਹੁੰਦੀ ਹੈ, ਨਾ ਇਸ ਦੀ ਸੁਗੰਧ ਤੇ ਨਾ ਹੀ ਕੋਈ ਸਬੂਤ ਹੁੰਦਾ ਅਤੇ ਨਾ ਇਸ ਦੀ ਤੇ ਨਾ ਹੀ ਮਿੱਟੀ ਦੀ ਟਿਕ ਡਿੱਗਣ ਦੀ ਕੋਈ ਭਿਣਕ ਮਿਲਦੀ ਹੈ। ਬਸ ਇਹ ਦੋਵੇਂ ਬਿਪਤਾਵਾਂ ਕਿਸਾਨਾਂ ਨੂੰ ਚੁੱਪ-ਚਾਪ ਆ ਕੇ ਦਬੋਚਣ ਹੀ ਆਉਂਦੀਆਂ ਹੁੰਦੀਆਂ ਹਨ ਅਤੇ ਖਾਮੋਸ਼ ਕਾਤਲ ਦਾ ਕੰਮ ਕਰਦੀਆਂ ਹਨ ਅਤੇ ਜਾਨ ਬਚਾਉਣ ਦਾ ਇੱਕ ਵੀ ਮੌਕਾ ਨਹੀਂ ਦਿੰਦੀਆਂ। ਇਸ ਕਰਕੇ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਿੰਦਗੀਆਂ ਨਹੀਂ ਬਚਾਈਆਂ ਜਾ ਸਕੀਆਂ ਸੀ। ਵੈਸੇ ਜਾਨੀ ਨੁਕਸਾਨ ਤਾਂ ਖੂਹਾਂ ਨੇ ਵੀ ਕਾਫੀ ਕੀਤਾ ਸੀ। ਖੂਹੀ ਦੀ ਹੇਠਲੀ ਭਾਰੀ ਗੈਸ ਤੋਂ ਬਚਾਅ ਕਰਨ ਦਾ ਤਰੀਕਾ ਤਾਂ ਇਹੀ ਨਿਕਲਿਆ ਸੀ ਕਿ ਖੂਹੀ ਵਿੱਚ ਉਤਰਨ ਤੋਂ ਪਹਿਲਾਂ ਹਰ ਵਾਰ ਜਗਦੀ ਲੈਂਪ ਯਾਨੀ ਲਾਲਟਨ ਨੂੰ ਲੰਬੀ ਰੱਸੀ ਬੰਨ੍ਹ ਕੇ ਹੇਠਾਂ ਤੱਕ ਉਤਾਰੋ। ਜੇ ਉਹ ਬੁੱਝ ਜਾਵੇ ਤਾਂ ਉਸ ਵਿੱਚ ਗੈਸ ਹੈ ਸਮਝ ਕੇ ਉਹੀ ਲੰਬੀ ਰੱਸੀ ਛਤਰੀ ਨੂੰ ਪੁੱਠੀ ਕਰਕੇ ਉਸ ਦੇ ਮੋੜ ਨਾਲ ਬੰਨ੍ਹ ਕੇ ਹੇਠਾਂ ਉਤਾਰ ਕੇ ਵਾਰੀ-ਵਾਰੀ ਉੱਪਰ ਹੇਠਾਂ ਕੁਝ ਸਮੇਂ ਤੱਕ ਕਰਦੇ ਰਹੋ ਤਾਂ ਕਿ ਭਾਰੀ ਗੈਸ ਦੀ ਬੱਝੀ ਹੋਈ ਤਹਿ ਟੁੱਟ ਜਾਵੇ। ਫਿਰ ਜਗਦੀ ਲੈਂਪ ਖੂਹੀ ਵਿੱਚ ਦੁਬਾਰਾ ਉਤਾਰੋ। ਜੇ ਹੁਣ ਲੈਂਪ ਨਹੀਂ ਬੁੱਝੀ ਤਾਂ ਸਮਝੋ ਹੁਣ ਹੇਠਾਂ ਉਤਰਨ ਵਿੱਚ ਕੋਈ ਖਤਰਾ ਨਹੀਂ ਹੈ, ਤਾਂ ਤੁਸੀਂ ਖੂਹੀ ਦੇ ਹੇਠਾਂ ਤੱਕ ਜਾ ਕੇ ਕਰਨ ਵਾਲਾ ਕੰਮ ਕਰ ਸਕਦੇ ਹੋ। ਜਦੋਂ ਮੈਂ ਤੇ ਬਲਵੀਰ ਵੀ ਟਿੱਗਾਂ ਹੇਠ ਦਬ ਜਾਣੋਂ ਬਚ ਗਏ ਸਾਂ। ਹੱਡਬੀਤੀ। ਇਹ ਹੱਡਬੀਤੀ ਦੀ ਕਹਾਣੀ 1974-75 ਈਸਵੀ ਦੀ ਹੈ, ਜਦੋਂ ਮੈਂ ਪੈਨਸ਼ਨ ਆ ਕੇ ਪਿੰਡ ਸ਼ਾਹਪੁਰ ਦੇ ਖੇਤਾਂ ਵਿੱਚ ਰਿਹਾਇਸ਼ ਕਰਨ ਵਾਸਤੇ ਬਣਨ ਵਾਲੇ ਵਿਹੜੇ ਵਿੱਚ ਮੋਟਰ ਲਵਾਉਣ ਦਾ ਬੰਦੋਬਸਤ ਇਸ ਕਰਕੇ ਕਰਨ ਲੱਗਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਵਰਤੋਂ ਵਾਸਤੇ ਪਾਣੀ ਨੇੜੇ ਤੋਂ ਨੇੜੇ ਹੀ ਮਿਲ ਕੇ ਲੋੜ ਪੂਰੀ ਹੁੰਦੀ ਰਹੇਗੀ। ਕਿਉਂਕਿ ਮੋਟਰ ਕਨੈਕਸ਼ਨ ਮੈਨੂੰ ਵੀ ਮਿਲਣ ਵਾਲਾ ਸੀ, ਮੈਂ ਢਪਈ ਪਿੰਡ ਵਾਲੇ ਚੰਨਨ ਸਿੰਘ ਕੋਲੋਂ ਪੱਕਾ ਬੋਰ ਕਰਾ ਕੇ ਚੈੱਕ ਕਰਕੇ ਵੀ ਦੇਖ ਲਿਆ ਸੀ, ਜੋ ਠੀਕ ਸੀ। ਬਰਸਾਤਾਂ ਤੋਂ ਮਗਰੋਂ ਫਿਰ ਚੈੱਕ ਕੀਤਾ ਤਾਂ ਇਹ ਖਰਾਬ ਨਿਕਲੀ ਸੀ। ਮੈਂ ਪੱਕੀ ਕੀਤੀ ਉਸਾਰੀ ਹੋਈ ਖੂਹੀ ਵਿੱਚੋਂ ਬੋਰ ਦਾ ਪਾਈਪ ਪਟਵਾ ਲਿਆ ਸੀ ਅਤੇ ਖੂਹੀ ਦੀਆਂ ਇੱਟਾਂ ਵੀ ਉੱਪਰੋਂ ਕਾਫੀ ਉਧੇੜ ਕੇ ਜਦੋਂ ਮੈਂ ਤੇ ਮੇਰਾ ਵੱਡਾ ਪੁੱਤਰ ਬਲਵੀਰ ਹੇਠਲੀਆਂ ਇੱਟਾਂ ਉਧੇੜ ਕੇ ਉੱਪਰ ਲਿਆ ਕੇ ਫਿਰ ਹੇਠਾਂ ਉਤਰੇ, ਤਦ ਮੇਰੀ ਪਤਨੀ ਬਲਵੰਤ ਕੌਰ ਦੁਪਹਿਰ ਦੀ ਰੋਟੀ ਘਰੋਂ ਪਿੰਡ ਕਾਲਮਾ ਤੋਂ ਲੈ ਕੇ ਖੂਹੀ ਨੇੜੇ ਪਹੁੰਚੀ ਤਾਂ ਉਸਨੇ ਮਿੱਟੀ ਦੀ ਟਿੱਗ ਖੂਹੀ ਵੱਲ ਉਲਰਦੀ ਤੇ ਤਰੇੜਾਂ ਚੌੜੀਆਂ ਹੁੰਦੀਆਂ ਦੇਖ ਕੇ ਕਹਿਣ ਲੱਗੀ ਕਿ ਤੁਸੀਂ ਕਿੱਥੇ ਹੋ? ਤਾਂ ਸਾਨੂੰ ਖੂਹੀ ਦੇ ਹੇਠਲੇ ਹਿੱਸੇ ਵਿੱਚ ਬੋਲਦੇ ਸੁਣ ਕੇ ਉੱਚੀ ਉੱਚੀ ਕਹਿਣ ਲੱਗੀ ਕਿ ਜਲਦੀ ਬਾਹਰ ਆ ਜਾਵੋ ਕਿਉਂਕਿ ਉੱਪਰ ਤਰੇੜਾਂ ਚੌੜੀਆਂ ਹੋ ਰਹੀਆਂ ਨੇ। ਇਹ ਸੁਣ ਕੇ ਮੈਂ ਬਲਵੀਰ ਨੂੰ ਪਹਿਲੋਂ ਬਾਂਸ ਦੀ ਲੰਬੀ ਪੌੜੀ ਰਾਹੀਂ ਉੱਪਰ ਭੇਜਿਆ ਤੇ ਮਗਰ ਆਪ ਉੱਪਰ ਆ ਗਿਆ ਤਾਂ ਕੀ ਦੇਖਦਾ ਤਰੇੜਾਂ ਹੋਰ ਚੌੜੀਆਂ ਹੋ ਰਹੀਆਂ ਸਨ ਤੇ ਟਿੱਗਾਂ ਉਲਰ ਰਹੀਆਂ ਸਨ। ਮੈਂ ਪੌੜੀ ਨੂੰ ਵੀ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਪੌੜੀ 2/3 ਹਿੱਸਾ ਬਾਹਰ, 1/3 ਹਿੱਸਾ ਅਜੇ ਅੰਦਰ ਹੀ ਸੀ ਤਾਂ ਧੜਮ ਕਰਦੀਆਂ ਮਿੱਟੀ ਦੀਆਂ ਵੱਡੀਆਂ ਟਿੱਗਾਂ ਖੂਹੀ ਵਿੱਚ ਡਿੱਗ ਪਈਆਂ ਤੇ ਉਹਨਾਂ ਵਿੱਚੋਂ ਦਿਸਣ ਨਿਕਲੀ ਧੂੜ ਧੂਏ ਵਾਂਗੂ ਉੱਪਰ ਜਾਂਦੀ ਜਾਣ ਲੱਗੀ। ਮਿੱਟੀ ਵਿੱਚ ਦੱਬੀ ਹੋਈ ਬਾਕੀ ਪੌੜੀ ਮੈਂ ਤੁਲ ਲਾ ਕੇ ਖਿੱਚ ਕੱਢ ਲਈ ਸੀ, ਪਰ ਹੇਠਾਂ ਡੂੰਘੀਆਂ ਦਬ ਚੁੱਕੀਆਂ ਪੱਕੀਆਂ ਇੱਟਾਂ ਉਸੇ ਥਾਂ 'ਤੇ ਹੁਣ ਵੀ ਪਈਆਂ ਹਨ। ਜੇ ਵੇਲੇ ਸਿਰ ਬਲਵੰਤ ਕੌਰ ਨਾ ਆਉਂਦੀ ਤਾਂ ਸਾਡਾ ਪਿਓ ਪੁੱਤਰ ਨਾਲ ਵੀ ਪਾਣਾ ਵਰਤ ਜਾਣਾ ਸੀ। ਹੁਣ ਸਮਰਸੀਬਲ ਮੋਟਰਾਂ ਲੱਗ ਜਾਣ ਕਰਕੇ ਖੂਹ ਤੇ ਖੂਹੀਆਂ ਮਿੱਟੀ ਨਾਲ ਪੂਰ ਦਿੱਤੇ ਗਏ ਹਨ। ਸਬਮਰਸੀਬਲ ਮੋਟਰਾਂ, ਜਿਨ੍ਹਾਂ ਨੂੰ ਮੱਛੀ ਮੋਟਰਾਂ ਵੀ ਕਿਹਾ ਜਾਂਦਾ ਹੈ, ਦੇ ਹੋਂਦ ਵਿੱਚ ਆ ਜਾਣ ਕਰਕੇ ਕਿਸਾਨਾਂ ਦੀਆਂ ਜਾਨਾਂ ਹੀ ਨਹੀਂ ਬਚੀਆਂ, ਸਗੋਂ ਹੋਰ ਬਹੁਤ ਸਾਰੇ ਦੁੱਖ ਦੂਰ ਕਰ ਦਿੱਤੇ ਨੇ। ਹੁਣ ਖੂਹੀ ਦੀ ਲੋੜ ਹੀ ਨਹੀਂ ਰਹੀ। ਇਸ ਨੇ ਇੰਜਨਾਂ ਤੇ ਮੋਨੋਬਲਾਕ ਮੋਟਰਾਂ ਨੂੰ ਕਬਾੜੀਆਂ ਕੋਲ ਭੇਜ ਦਿੱਤਾ ਤੇ ਆਬਾਪਾਸ਼ੀ ਫਸਲਾਂ ਨੂੰ ਪਾਣੀ ਦੇਣ ਦੀ ਸਰਦਾਰੀ ਖੁਦ ਸੰਭਾਲ ਲਈ ਹੈ। ਖੂਹਾਂ ਤੇ ਖੂਹੀਆਂ ਨੂੰ ਮਿੱਟੀ ਨਾਲ ਭਰਵਾ ਕੇ ਜੋ ਸ਼ਰਾਬੀ ਰਾਤ ਵੇਲੇ ਸਣੇ ਬੋਤਲਾਂ ਇਸ ਵਿੱਚ ਡਿੱਗਦੇ ਸਨ, ਅਮਲੀਆਂ ਡੰਗਰਾਂ, ਜੰਗਲੀ ਜਾਨਵਰਾਂ, ਸੱਪਾਂ ਤੇ ਹੋਰ ਜੀਵਾਂ ਨੂੰ ਵੀ ਖੂਹਾਂ ਵਿੱਚੋਂ ਡਿੱਗਣੋਂ ਬਚਾ ਲਿਆ। ਹੁਣ ਦੇਖੋ ਇਸ ਦੀ ਸਰਦਾਰੀ ਕਿੰਨਾ ਕੁ ਲੰਮਾ ਸਮਾਂ ਕਾਇਮ ਰਹਿੰਦੀ ਹੈ। ਫਸਲਾਂ ਨੂੰ ਪਾਣੀ ਦੇਣ ਦਾ ਇੱਕ ਹੋਰ ਤਰੀਕਾ ਤੁਬਕਾ ਪ੍ਰਣਾਲੀ ਵੀ ਹੈ, ਜੋ ਹੁਣੇ ਚਾਲੂ ਹੋਈ ਹੈ। ਫਸਲਾਂ ਨੂੰ ਪਾਣੀ ਦੇਣ ਵਿੱਚ ਨਹਿਰਾਂ ਦਾ ਯੋਗਦਾਨ। ਅਸਲ ਵਿੱਚ ਫਸਲਾਂ ਨੂੰ ਪਾਣੀ ਦੇਣ ਵਿੱਚ ਸਭ ਤੋਂ ਜ਼ਿਆਦਾ ਤੇ ਪਹਿਲਾ ਯੋਗਦਾਨ ਨਹਿਰਾਂ ਵੱਲੋਂ ਹੀ ਪਾਇਆ ਜਾ ਰਿਹਾ ਹੈ।
ਬਿਜਲੀ ਦੀ ਪਾਵਰ ਨਾਲ ਚੱਲਣ ਵਾਲੀਆਂ ਮੋਟਰਾਂ ਦਾ ਸਥਾਨ ਦੂਸਰੇ ਨੰਬਰ ਤੇ ਹੈ। ਦਰਿਆ ਰਾਵੀ ਵਿੱਚੋਂ ਮਾਧੋਪੁਰ ਦੇ ਸਥਾਨ ਤੋਂ ਨਿਕਲਦੀ ਲੋਅਰ ਬਾਰੀ ਨਹਿਰ ਜ਼ਿਲ੍ਹਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਬਹੁਤ ਵੱਡੇ ਖੇਤਰ ਦੀਆਂ ਫਸਲਾਂ ਨੂੰ ਪਾਣੀ ਦੇਣ ਵਿੱਚ ਯੋਗਦਾਨ ਪਾਉਂਦੀ ਹੈ। ਸਤਲੁਜ ਵਿੱਚੋਂ ਨੰਗਲ ਦੇ ਸਥਾਨ ਤੋਂ ਨਿਕਲਦੀ ਭਾਖੜਾ ਨਹਿਰ ਪਟਿਆਲਾ ਤੇ ਹਰਿਆਣਾ ਤੇ ਸਤਲੁਜ ਵਿੱਚੋਂ ਹੀ ਰੋਪੜ ਦੇ ਸਥਾਨ ਤੋਂ ਨਿਕਲਦੀਆਂ ਦੋ ਹੋਰ ਨਹਿਰਾਂ ਜਿਵੇਂ ਸਰਹੰਦ ਨਹਿਰ ਦਿੱਲੀ ਲੁਧਿਆਣਾ, ਸੰਗਰੂਰ ਤੇ ਬਠਿੰਡਾ ਦੇ ਬਹੁਤ ਵੱਡੇ ਖੇਤਰ ਨੂੰ ਅਤੇ ਬਿਸਤ ਦੁਆਬ ਨਹਿਰ ਸ਼ਹੀਦ ਭਗਤ ਸਿੰਘ ਨਗਰ ਜਲੰਧਰ ਦੋ ਜ਼ਿਲ੍ਹਿਆਂ ਦੇ ਬਹੁਤ ਵੱਡੇ ਖੇਤਰ ਦੀਆਂ ਫਸਲਾਂ ਨੂੰ ਪਾਣੀ ਦੇਣ ਵਿੱਚ ਯੋਗਦਾਨ ਪਾ ਰਹੀਆਂ ਹਨ। ਖੇਤੀ ਸੱਭਿਆਚਾਰ ਆਬਪਾਸ਼ੀ ਤੋਂ ਬਾਅਦ ਕੱਪੜਾ ਤੇ ਉਸ ਤੋਂ ਬਣੇ ਵਸਤਰ ਤੇ ਹੋਂਦ ਵਿੱਚ ਆਏ ਫੈਸ਼ਨ ਬਾਰੇ ਗੱਲ ਕਰਾਂਗੇ ਚੌਥੇ ਅਧਿਆਇ ਵਿੱਚ।